ਤਿੰਨ ਆਰਡੀਨੈਂਸ ਲਿਆ ਕੇ ਤੇ ਉਹਨਾਂ ਨੂੰ ਬਿੱਲਾਂ ਦੇ ਰੂਪ ਦੇ ਵਿੱਚ ਰਾਸ਼ਟਰਪਤੀ ਨੇ ਜਿਹੜਾ ਵਾ ਉਹ ਮਨਜ਼ੂਰੀ ਦੇ ਦਿੱਤੀ ਆ ਤੇ ਉਹ ਕਾਨੂੰਨ ਬਣ ਗਏ ਆ। ਇਹ ਆਉਣ ਵਾਲੇ ਮੈਂ ਸਮਝਦਾ ਕਿ ਹਜੇ 5-10 ਸਾਲਾਂ ਦੀ ਉਹਨਾਂ ਨੇ ਪਲੈਨਿੰਗ ਪਹਿਲਾਂ ਹੀ ਧਰ ਲਈ ਆ। ਹਜੇ ਜੇ ਕਹੀਏ ਵੀ ਸਵੇਰੇ ਹੀ ਸਾਡੇ ਤੇ ਕੋਈ ਘੋੜਾ ਚੱਲ ਜੂਗਾ, ਇਹ ਇੱਕ ਪਲੈਨਿੰਗ ਆ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ। ਇਹ ਬਹੁਤ ਵੱਡਾ ਇੱਕ ਕਿਸਾਨੀ ਤੇ ਘੋੜਾ ਵਾ, ਕਿਸਾਨੀ ਨੂੰ ਮਾਰਨ ਵਾਸਤੇ। ਇੱਕ ਪਾਸੇ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜਿੱਥੇ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਤੇ ਦੂਜੇ ਪਾਸੇ 328 ਪਾਵਨ ਸਰੂਪਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੋਸ਼ੀਆਂ ਦੇ ਸਖਤ ਕਾਰਵਾਈ ਕੀਤੀ ਜਾਵੇ। ਪਰ ਬੀਤੇ ਕੱਲ੍ਹ ਐਸਜੀਪੀਸੀ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਵਿਚਕਾਰ ਟਕਰਾਰ ਹੁੰਦਾ ਹੈ। ਦੋਨੇ ਪਾਰਟੀਆਂ ਜ਼ਖਮੀ ਹੁੰਦੀਆਂ ਨੇ। ਜਿਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਸਾਹਿਬ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਜੀ। ਕਿਵੇਂ ਵੇਖਦੇ ਹੋ, ਇੱਕ ਪਾਸੇ ਕਿਸਾਨ ਅੰਦੋਲਨ ਤੇ ਬੈਠੇ ਨੇ, ਦੂਜੇ ਪਾਸੇ ਸਿੱਖ ਜਥੇਬੰਦੀਆਂ 328 ਪਾਵਨ ਸਰੂਪਾਂ ਨੂੰ ਲੈ ਕੇ ਪਿਛਲੇ 40 ਦਿਨ ਤੋਂ ਦਰਬਾਰ ਸਾਹਿਬ ਦੇ ਬਾਹਰ ਪ੍ਰਦਰਸ਼ਨ ਹੋ ਵੇਖੇ। ਮੈਂ ਸਮਝਦਾ ਕਿ ਆਹ ਜਿਹੜਾ ਇੱਕ ਸਮਾਂ ਚੱਲ ਰਿਹਾ, ਇਹ ਪੰਜਾਬ ਦੇ ਹਿੱਤ 'ਚ ਨਹੀਂ ਚੱਲ ਰਿਹਾ। ਭਾਵੇਂ ਉਹ ਧਾਰਮਿਕ ਰਾਜਨੀਤੀ ਹੈ ਤੇ ਭਾਵੇਂ ਉਹ ਰਾਜਨੀਤਿਕ ਆ। ਜਿੱਥੋਂ ਤੱਕ ਰਾਜਨੀਤਿਕ ਗੱਲਾਂ ਕਰੀਏ ਕਿ ਜੋ 3 ਆਰਡੀਨੈਂਸ ਲਿਆ ਕੇ ਤੇ ਉਹਨਾਂ ਨੂੰ ਬਿੱਲਾਂ ਦੇ ਰੂਪ ਦੇ ਵਿੱਚ ਰਾਸ਼ਟਰਪਤੀ ਨੇ ਜਿਹੜਾ ਵਾ ਉਹ ਮਨਜ਼ੂਰੀ ਦੇ ਦਿੱਤੀ ਆ ਤੇ ਉਹ ਕਾਨੂੰਨ ਬਣ ਗਏ ਆ। ਉਹ ਇਸ ਵੇਲੇ ਸਾਰੇ ਹੀ ਪੰਜਾਬ ਦੇ ਕਿਸੇ ਵੀ ਵਰਗ ਨਾਲ ਸੰਬੰਧਿਤ, ਭਾਵੇਂ ਉਹ ਕਿਸਾਨ ਨੇ, ਭਾਵੇਂ ਉਹ ਦੁਕਾਨਦਾਰ ਨੇ, ਭਾਵੇਂ ਉਹ ਗਾਇਕਾਰ ਨੇ, ਭਾਵੇਂ ਉਹ ਐਕਟਰ ਨੇ, ਭਾਵੇਂ ਉਹ ਆੜ੍ਹਤੀਏ ਨੇ, ਹਰ ਬਸ਼ਿੰਦਾ ਪੰਜਾਬ ਦਾ ਇਸ ਵੇਲੇ ਇਹ ਗੱਲ ਸਮਝ ਰਿਹਾ ਵਾ ਕਿ ਇਹ ਤਿੰਨੇ ਕਾਨੂੰਨ ਜਿਹੜੇ ਨੇ ਕਿਸਾਨਾਂ ਨੂੰ ਮਾਰਨ ਵਾਸਤੇ, ਪੰਜਾਬ ਦੇ ਵਿੱਚੋਂ ਕਿਸਾਨੀ ਖਤਮ ਕਰਨ ਵਾਸਤੇ ਅਤੇ ਕੁਝ ਲੋਕਾਂ ਨੂੰ ਜਿਹੜੇ ਧਨੀ ਲੋਕ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਅੱਜ ਨਹੀਂ, ਇਹ ਆਉਣ ਵਾਲੇ ਮੈਂ ਸਮਝਦਾ ਕਿ ਹਜੇ 5-10 ਸਾਲਾਂ ਦੀ ਉਹਨਾਂ ਨੇ ਪਲੈਨਿੰਗ ਪਹਿਲਾਂ ਹੀ ਧਰ ਲਈ ਆ। ਹਜੇ ਜੇ ਕਹੀਏ ਵੀ ਸਵੇਰੇ ਹੀ ਸਾਡੇ ਤੇ ਕੋਈ ਘੋੜਾ ਚੱਲ ਜੂਗਾ ਜਾਂ ਪਰਸੋਂ ਚੱਲ ਜੂਗਾ ਜਾਂ ਅਗਲੇ ਸੀਜ਼ਨ ਤੇ ਚੱਲ ਜੂਗਾ, ਇਹ ਇੱਕ ਪਲੈਨਿੰਗ ਆ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ। ਕਿਉਂਕਿ ਵੱਡੀਆਂ ਵੱਡੀਆਂ ਕੰਪਨੀਆਂ ਦੇ ਕੋਲੋਂ 11 ਕਰੋੜ ਫੰਡ ਲੈਂਦੇ ਨੇ ਤੇ ਜਿਸ ਬੰਦੇ ਨੇ ਕਿਸੇ ਨੂੰ ਕੁਛ ਦੇਣਾ ਤੇ ਉਹਨੇ ਉਹਦੇ ਦੂਣਾ ਚੌਣਾ ਪੰਜਵਾਂ ਹਿੱਸਾ ਕਰਕੇ ਲੈਣਾ ਵੀ ਹੁੰਦਾ। ਇਹ ਸਾਰਾ ਕੁਝ ਮੈਂ ਸਮਝਦਾ ਵਾਂ ਕਿ ਇਹ ਬਹੁਤ ਵੱਡਾ ਇੱਕ ਕਿਸਾਨੀ ਤੇ ਘੋੜਾ ਵਾ, ਕਿਸਾਨੀ ਨੂੰ ਮਾਰਨ ਵਾਸਤੇ। ਖਾਸ ਕਰਕੇ ਮੈਂ ਕਹਿ ਸਕਦਾ ਕਿ ਪੰਜਾਬ ਨੂੰ ਮਾਰਨ ਵਾਸਤੇ, ਕਿਉਂਕਿ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਇੱਕ ਪੰਜਾਬ ਸਟੇਟ ਇਹੋ ਜਿਹੀ ਆ ਜਿਹੜੀ ਬਹੁਤ ਮਿਹਨਤੀ ਆ, ਜਿਨ੍ਹਾਂ ਨੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਗਏ ਨੇ, ਆਪਣੀ ਸਖਤ ਮਿਹਨਤ ਦੇ ਨਾਲ ਉੱਥੇ ਲੋਹਾ ਮਨਵਾਇਆ ਵਾ। ਉੱਥੇ ਭਾਵੇਂ ਰਾਜਨੀਤੀ ਦੀ ਗੱਲ ਆ ਜੇ, ਤੁਸੀਂ ਦੇਖ ਲਓ ਦੁਨੀਆ ਭਰ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਇੱਥੋਂ ਗਏ ਸੀ ਉਹਨਾਂ ਨੇ ਉੱਥੇ ਵੱਡੀ ਮਾਰ ਕੇ ਉੱਥੋਂ ਦੇ ਜਾ ਕੇ ਮੇਅਰ ਬਣੇ, ਉੱਥੋਂ ਦੇ ਮਿਨਿਸਟਰ ਬਣੇ, ਉੱਥੋਂ ਦੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਔਰ ਮਿਹਨਤਾਂ ਵੀ ਬੜੀਆਂ ਕੀਤੀਆਂ। ਸਖਤ ਮਿਹਨਤਾਂ ਕਰਕੇ ਉਹਨਾਂ ਨੇ ਆਪਣਾ ਨਾਂ ਜਿਹੜਾ ਵਾ ਕਮਾਇਆ ਵਾ। ਇਸੇ ਤਰ੍ਹਾਂ ਜਿੱਥੇ ਧਾਰਮਿਕ ਦੀ ਗੱਲ ਕਰੀਏ, ਧਾਰਮਿਕ ਮੁੱਦਾ ਹੁਣ ਨਹੀਂ, ਇਹ 2000 ਤਕਰੀਬਨ 15 ਤੋਂ ਸ਼ੁਰੂ ਹੋ ਚੁੱਕਾ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਸੀ। ਪਰ ਉਸ ਸਮੇਂ ਦੀ ਸਰਕਾਰ ਜੇ ਥੋੜ੍ਹਾ ਬਹੁਤਾ ਵੀ ਮਿਹਨਤ ਕਰਦੀ ਜਾਂ ਰੱਬ ਤੋਂ ਡਰਦੀ ਤੇ ਜਾਂ ਉਹਨਾਂ ਨੂੰ ਥੋੜ੍ਹਾ ਬਹੁਤਾ ਵੀ ਮੈਂ ਸਮਝਦਾ ਵਾਂ ਕਿ ਧਾਰਮਿਕ ਤੌਰ 'ਤੇ ਉਹਨਾਂ ਦੀ ਬਿਰਤੀ ਕੰਮ ਕਰਦੀ, ਤੇ ਇਹ ਜਿਹੜਾ ਅੱਜ ਆਪਾਂ ਨੂੰ ਦਿਨ ਵੇਖਣੇ ਪੈ ਰਹੇ ਨੇ ਉਹ ਸ਼ਾਇਦ ਦਿਨ ਵੇਖਣੇ ਨਾ ਪੈਂਦੇ। ਇਹ ਸਾਰੀ ਇੱਕ ਅੱਜ ਤੱਕ ਜਿਹੜੀ ਭਾਵੇਂ ਉਹ 328 ਸਰੂਪਾਂ ਦੀ ਲੜੀ ਤੱਕ ਆ ਗਈ ਆ, ਭਾਵੇਂ ਕੱਲ੍ਹ ਟਾਸਕ ਫੋਰਸ 'ਤੇ ਜਿਹੜੇ ਨੇ ਜਥੇਬੰਦੀਆਂ ਸੀ, ਸਿੱਖ ਜਥੇਬੰਦੀਆਂ, ਉਹਨਾਂ ਦਾ ਜਿਹੜਾ ਟਕਰਾਅ ਹੋਇਆ ਵਾ, ਇਹ ਸਾਰਾ ਕੁਝ ਰਾਮ ਰਹੀਮ ਨੂੰ ਮਾਫੀ ਦੇਣ ਤੋਂ ਲੈ ਕੇ ਭਾਵ ਕਹਿੰਦਾ ਕਿ ਵੋਟਾਂ ਦੀ ਰਾਜਨੀਤੀ ਦੇ ਕਰਕੇ ਹੀ ਇਹ ਹੋਇਆ। ਉਸ ਸਮੇਂ ਦੇ ਮੈਂ ਸਮਝਦਾ ਵਾਂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਡਿਪਟੀ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜੇ ਉਸ ਸਮੇਂ ਥੋੜ੍ਹੀ ਬਹੁਤੀ ਸਿਆਣਪ ਕਰਦੇ ਤੇ ਨਾ ਤੇ ਬਰਗਾੜੀ ਕਾਂਡ ਹੋਣਾ ਸੀ, ਨਾ ਮਾਫੀ ਮਿਲ ਸਕਦੀ ਸੀ, ਤੇ ਨਾ
ਅੱਜ ਤੱਕ ਜਿਹੜੇ ਹੁਣ ਖੂਨੀ ਖਰਾਬੇ ਹੋ ਰਹੇ ਨੇ ਉਹ ਨਹੀਂ ਹੋਣੇ ਸੀ। ਇਹ ਸਭ ਮੈਂ ਸਮਝਦਾ ਉਸ ਸਮੇਂ ਦੀ ਕੀਤੀ ਹੋਈ ਗਲਤੀ, ਕੀਤੀ ਹੋਈ ਮਤਲਬ ਜਿਹੜੀ ਅਣਗਹਿਲੀ ਆ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ। ਜੋ ਕੱਲ੍ਹ ਦਰਬਾਰ ਸਾਹਿਬ ਦੇ ਵਿੱਚ ਹੋਇਆ ਬਹੁਤ ਮੰਦਭਾਗਾ ਆਪਾਂ ਉਹਨੂੰ ਕਹਾਂਗੇ। ਇਹ ਹਿੰਦੁਸਤਾਨ ਨਹੀਂ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਨੇ। ਕੋਈ ਸਮਾਂ ਸੀ ਕਿ ਇੱਥੇ ਮੁਗਲ ਹਮਲੇ ਕਰਦੇ ਰਹੇ, ਕੋਈ ਸਮਾਂ ਸੀ ਇੱਥੇ ਕਾਂਗਰਸ ਨੇ ਫੌਜਾਂ ਚੜ੍ਹਾਈਆਂ, ਕੋਈ ਸਮਾਂ ਸੀ ਇੱਥੇ ਬਰਨਾਲੇ ਨੇ ਅਟੈਕ ਕਰਵਾਇਆ, ਅਤੇ ਅੱਜ ਫਿਰ ਉਹ ਸਮਾਂ ਆ ਗਿਆ ਕਿ ਜਦੋਂ ਸਾਡੇ ਭਾਈ ਆਪਸ ਵਿੱਚ ਲੜ ਰਹੇ ਨੇ। ਅੱਜ ਫਿਰ ਮੈਂ ਕਹਿ ਸਕਦਾ ਕਿ ਇਹ ਜੋ ਕੁਛ ਹੋ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਪ੍ਰਧਾਨ ਲੌਂਗੋਵਾਲ ਦੇ ਕਹਿ ਤੋਂ ਬਿਨਾਂ ਉੱਥੇ ਡਾਂਗ ਸੋਟਾ ਨਹੀਂ ਸੀ ਚੱਲ ਸਕਦਾ। ਪਰ ਬ੍ਰਹਮਪੁਰ ਸਾਹਿਬ ਮੰਗ ਤਾਂ ਰਹੇ ਹੋ, ਸਿਰਫ ਰਿਪੋਰਟ ਮੰਗ ਰਿਹਾ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ, ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ? ਦੇਖੋ, ਇਹ ਸਾਰੀਆਂ ਜਿਹੜੀਆਂ ਵਾ ਸ਼੍ਰੋਮਣੀ ਕਮੇਟੀ ਅਤੇ ਬਾਦਲ ਪਰਿਵਾਰ ਦੀਆਂ ਰਲੀਆਂ ਚੁਗ ਰਹੀਆਂ। ਲੋਕਤੰਤਰ ਦੇ ਵਿੱਚ ਕਈ ਵਾਰ ਮੈਂ ਬਾਦਲ ਸਾਹਿਬ ਦਾ, ਸੁਖਬੀਰ ਜੀ ਦਾ, ਹੋਰਨਾਂ ਲੋਕਾਂ ਦੇ ਬਿਆਨ ਸੁਣੇ ਨੇ ਕਿ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਬੰਦੇ ਨੂੰ ਮੰਗ ਕਰਨ ਦਾ, ਧਰਨਾ ਮਾਰਨ ਦਾ ਹੱਕ ਆ। ਆਪ ਤੇ ਗਵਰਨਰ ਸਾਹਿਬ ਦੇ ਬੂਹੇ ਗਾੜੀ ਤੱਕ ਧਰਨੇ ਮਾਰਨ ਜਾਂਦੇ ਨੇ, ਅਤੇ ਜੇ ਕੋਈ ਜਥੇਬੰਦੀਆਂ ਇਨਸਾਫ ਲੈਣ ਦੀ ਖਾਤਰ ਉੱਤੇ ਧਰਨਾ ਮਾਰ ਕੇ ਬੈਠੀਆਂ ਵਾ, ਇਹਨਾਂ ਨੇ ਕੱਲ੍ਹ ਸਾਰੇ ਹੀ ਲਾਗਲੇ ਗੁਰਦੁਆਰਿਆਂ 'ਚੋਂ ਘੱਟੋ ਘੱਟ 1000 ਬੰਦਾ ਸੱਦ ਕੇ ਉੱਥੇ ਜੋ ਸਿੱਖ ਜਥੇਬੰਦੀਆਂ ਦੀ ਗਿੱਦੜ ਕੁੱਟ ਕੀਤੀ ਆ, ਜੋ ਉਹਨਾਂ ਨੂੰ ਸਖਤ ਤੋਂ ਸਖਤ ਗਾਲ ਮੰਦਾ ਅਤੇ ਕੁੱਟ ਕਰ ਸਕਦੇ ਜੋ ਕੀਤੀ ਆ, ਮੈਂ ਸਮਝਦਾ ਵਾਂ ਕਿ ਇਹ ਕੋਈ ਚੰਗੀ ਗੱਲ ਨਹੀਂ ਸੀ। ਬੜੇ ਪ੍ਰੇਮ ਦੇ ਨਾਲ ਵੀ ਉਠਾਇਆ ਜਾ ਸਕਦਾ ਸੀ। ਜੇ ਬੈਠੇ ਸੀ ਉਹਨਾਂ ਦੀ ਮੰਗ ਤਾਂ ਇਹ ਨਹੀਂ ਹੈ ਨਾ ਸਾਨੂੰ ਰਿਪੋਰਟ ਦਿੱਤੀ ਜਾਵੇ, ਅਤੇ ਰਿਪੋਰਟ ਤੇ ਜਨਤਕ ਕਰਨ ਦੇ ਵਿੱਚ ਕੋਈ ਹਰਜ ਹੀ ਨਹੀਂ ਗਾ। ਉਹ 'ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਹੁਕਮ ਕੀਤਾ ਸੀ। ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਘੱਟ ਗਿਣਤੀ ਸੀ, ਮੁੜ ਕੇ ਵੱਧ ਕੇ 328 ਹੋ ਗਈ। ਮੈਂ ਨਹੀਂ ਕਹਿੰਦਾ ਕਿ ਉੱਥੋਂ ਕੋਈ ਚੋਰੀ ਹੋ ਗਿਆ ਜਾਂ ਉਹਨਾਂ ਨੂੰ ਉੱਥੋਂ ਚੁੱਕ ਕੇ ਕੋਈ ਲੈ ਗਿਆ, ਕੋਈ ਡੱਬੀ ਨਹੀਂ ਸੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਇੱਕ ਮਰਿਆਦਾ ਵਾ, ਉੱਥੋਂ ਗਏ ਹੋਣਗੇ ਉਹ 5 ਸਿੰਘ ਸਾਹਿਬਾਨਾਂ ਦੀ ਜਾਂ ਕਿਸੇ ਦੇ ਹੁਕਮਾਂ ਦੇ ਨਾਲ ਉੱਥੋਂ 5 ਪਿਆਰਿਆਂ ਦੀ ਅਗਵਾਈ 'ਚ ਜਾਂਦੇ ਨੇ। ਪਰ ਜੋ ਕੁਛ ਵੀ ਆ ਉਹ ਸਾਰਾ ਜ਼ਿੰਮੇਵਾਰੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਨਾ, ਨਿਗਰਾਨੀ ਕਰਨ ਦੀ। ਕਰੋੜਾਂ ਰੁਪਈਏ ਇਸ ਕੰਮ ਦੇ ਆਡਿਟ ਵਾਸਤੇ ਬਾਦਲ ਸਾਹਿਬ ਦੇ, ਸੁਖਬੀਰ ਦੇ ਕਹਿਣ 'ਤੇ ਬੰਦਾ ਰੱਖ ਕੇ ਕੋਹਲੀ ਨੂੰ, ਉਹਦੀ ਐਸੋਸੀਏਟ ਨੂੰ, ਅਤੇ ਉਹਨਾਂ ਨੂੰ ਰੱਖਿਆ। ਅਤੇ ਜੇ ਉਹਨਾਂ ਨੇ ਇਹ ਕੋਈ ਕੰਮ ਹੀ ਨਹੀਂ ਸੀ ਕਰਨਾ ਅਤੇ ਫਿਰ ਉਹਨਾਂ ਨੂੰ ਰੱਖਣ ਦੀ ਕੀ ਲੋੜ ਸੀ? ਇੰਨਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ 'ਚੋਂ ਕੱਢ ਕੇ ਪੈਸੇ ਦੇਣ ਦਾ ਕੀ ਕੰਮ ਸੀ? ਲੋਕ 5-5, 10-10 ਰੁਪਈਏ ਸ਼ਰਧਾ ਅਨੁਸਾਰ ਉੱਥੇ ਚੜ੍ਹਾਉਂਦੇ ਨੇ, ਅਤੇ ਤੁਸੀਂ ਆਪ ਸੋਚੋ ਕਿ ਕਿੰਨੇ ਲੋਕ ਇੱਕ ਦਿਨ 'ਚ ਜਾਣ ਅਤੇ ਫਿਰ ਜਾ ਕੇ ਕਰੋੜਾਂ ਰੁਪਈਏ ਇਕੱਠੇ ਹੁੰਦੇ ਨੇ। ਅਤੇ ਇਹਨਾਂ ਨੇ ਬੁੱਕ ਭਰ ਕੇ ਇੱਕੋ ਵਾਰੀ ਉਹਨੂੰ ਕੋਹਲੀ ਨੂੰ ਦੇ ਦਿੰਦੇ ਸੀ। ਇਹ ਸਭ ਇਹਨਾਂ ਦੀਆਂ ਰਲੀਆਂ ਚੁੱਕਦੀਆਂ। ਵੱਡਾ ਸਵਾਲ ਖੜਾ ਹੁੰਦਾ ਕਿ ਜਿਵੇਂ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਗੁਰਦੁਆਰਾ ਸਾਹਿਬ ਤੋਂ ਸਰੂਪ ਚੋਰੀ ਹੁੰਦਾ ਜਾਂ ਲਾਪਤਾ ਹੁੰਦਾ, ਕਿਸੇ ਤਰ੍ਹਾਂ ਵੀ ਉਹਦੀ ਬੇਅਦਬੀ ਹੁੰਦੀ ਆ, ਤਾਂ ਉਸ ਵਿਅਕਤੀ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਹੈ ਕਿ ਇਹ ਵੀ ਤਾਂ ਲਾਪਤਾ ਹੋਏ ਨੇ, ਕਿਉਂ ਨਹੀਂ ਪਰਚਾ ਦਰਜ ਕੀਤਾ ਜਾ ਰਿਹਾ? ਮੈਂ ਪਹਿਲਾਂ ਗੱਲ ਕਹਿ ਹੈ ਕਿ ਜਦੋਂ ਪੰਜਾਬੀ 'ਚ ਇੱਕ ਕਹਾਵਤ, ਚੋਰ ਅਤੇ ਕੁੱਤੀ ਰਲ ਜੇ ਤਾਂ ਉਦੋਂ ਕੁਛ ਨਹੀਂ ਹੋ ਸਕਦਾ। ਮੈਂ ਤਾਂ ਗੱਲ ਕਹੂੰਗਾ ਸੱਚੀ। ਇਹ ਸਾਰਾ ਕੁਛ ਜਿਨ੍ਹਾਂ ਨੇ ਕਰਨਾ ਸੀ, ਇਹ ਕੋਈ ਗੁਰੂ ਗ੍ਰੰਥ ਸਾਹਿਬ 328 ਕੋਈ 2, 4, 5, 10, 15 ਮਹੀਨੇ, ਸਾਲ, 1.5 ਸਾਲ 'ਚ ਨਹੀਂ ਚਲੇ ਗਏ। ਇਹ ਉਦੋਂ ਦੇ ਜਾਣਦੇ ਆ ਜਦੋਂ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਲੌਂਗੋਵਾਲ ਤੋਂ ਪਹਿਲਾਂ ਪ੍ਰਧਾਨ ਬਣੇ ਰਹੇ ਨੇ, ਭਾਵੇਂ ਉਹ ਕੋਈ ਵੀ ਪ੍ਰਧਾਨ ਸੀ, ਭਾਵੇਂ ਮੱਕੜ ਸਾਹਿਬ ਸੀ, ਕੋਈ ਵੀ ਸੀ। ਜ਼ਿੰਮੇਵਾਰੀ ਕਿਹਦੀ ਆ? ਪਰ ਐਸਜੀਪੀਸੀ ਹੈ ਤਾਂ ਅਕਾਲੀ ਦਲ ਦੇ ਥੱਲੇ ਸੀ ਨਾ। ਮੈਂ ਕਹਿੰਦਾ ਜੀ ਉਹਨਾਂ ਦੇ ਹੁਕਮ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪੱਤਾ ਨਹੀਂ ਹਿਲ ਸਕਦਾ ਜੀ ਬਾਦਲ ਪਰਿਵਾਰ ਤੋਂ ਬਿਨਾਂ। ਅੱਜ ਕਿਉਂ ਲੋੜ ਪਈ ਆ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੋਕ ਨੇ, ਭਾਵੇਂ ਉਹ ਬ੍ਰਹਮਪੁਰਾ ਸਾਹਿਬ, ਭਾਵੇਂ ਢੀਂਡਸਾ ਸਾਹਿਬ, ਭਾਵੇਂ ਸਿੰਘ ਸਾਹਿਬ, ਆਪਣਾ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਪੰਜਾਬ ਚੇਤਨਾ ਪੰਥਕ ਲਹਿਰ ਬਣਾਈ ਆ, ਇਹ ਕਿਉਂ ਲੋੜ ਪਈ ਆ ਸਾਰੀ ਵੀ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਹਟਾਉਣ ਦਾ ਅਤੇ ਉੱਥੇ ਵਧੀਆ ਪ੍ਰਬੰਧ ਦੇਣ ਦੀ ਸੋਚ ਜਿਹੜੀ ਲੈ ਕੇ ਚੱਲੇ ਨੇ, ਸਾਰੇ ਲੈ ਕੇ ਚੱਲੇ ਨੇ। ਅਸੀਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਪੰਜਾਬ ਦੀਆਂ ਉਹਨਾਂ ਸਭ ਧਾਰਮਿਕ ਜਥੇਬੰਦੀਆਂ ਨੂੰ, ਪੰਥਕ ਜਥੇਬੰਦੀਆਂ ਨੂੰ, ਸਿਆਸੀ ਜਥੇਬੰਦੀਆਂ ਨੂੰ ਕਿ ਜੇ ਆਪਾਂ ਨੀਅਤ ਠੀਕ ਰੱਖੀਏ, ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਰਾਜਨੀਤੀ ਨੂੰ ਭੁੱਲ ਜਾਈਏ, ਪਹਿਲਾਂ ਆਪਣਾ ਧਰਮ ਬਚਾ ਲਈਏ, ਆਪਣਾ ਪੰਥ ਬਚਾ ਲਈਏ, ਅਤੇ ਧਾਰਮਿਕ ਅਵੱਗਿਆ ਜਿਹੜੀ ਬਾਦਲਾਂ ਦੇ ਸਮੇਂ ਤੋਂ ਲੈ ਕੇ ਹੋ ਰਹੀ ਆ,
ਇਹਨੂੰ ਠੀਕ ਕਰ ਲਈਏ। ਤੇ ਮੈਂ ਸਮਝਦਾ ਵਾਂ ਜੇ ਆਪਾਂ ਧਾਰਮਿਕ ਤੌਰ 'ਤੇ ਠੀਕ ਹੋ ਗਏ ਤਾਂ ਮੈਂ ਸਮਝਦਾ ਕਿ ਰਾਜਨੀਤਿਕ ਜਿਹੜੀ ਆ ਉਹ ਗੱਲ ਪਿੱਛੇ ਹੋਣੀ ਚਾਹੀਦੀ ਆ। ਪਹਿਲਾਂ ਵੀ ਆਪਣੇ ਸਾਡੇ ਧਰਮ ਦੇ ਵਿੱਚ ਵੀ ਜਿਹੜਾ ਵਾ ਉਹ ਧਰਮ ਦਾ ਜਿਹੜਾ ਵਾ ਡੰਡਾ ਉੱਪਰ ਆ, ਰਾਜਨੀਤੀ ਥੱਲੇ ਆ। ਪੰਜਾਬ ਦੇ ਵਿੱਚ ਜੇ ਅਸੀਂ ਅੱਜ ਸੁਰੱਖਿਅਤ ਨਹੀਂ ਗੇ, ਭਾਵੇਂ ਉਹ ਕਿਸੇ ਵੀ ਵਰਗ ਤੋਂ, ਭਾਵੇਂ ਅਸੀਂ ਭਾਰਤੀ ਜਨਤਾ ਪਾਰਟੀ ਸਾਡੇ 'ਤੇ ਧੱਕਾ ਕਰ ਰਹੀ ਆ, ਭਾਵੇਂ ਕਾਂਗਰਸ ਪਾਰਟੀ ਸਾਡੇ ਨਾਲ ਧੱਕੇ ਕਰ ਰਹੀ ਆ, ਅਤੇ ਮੈਂ ਸਮਝਦਾ ਵੀ ਭਾਵੇਂ ਸਾਡੇ ਬਾਦਲਾਂ ਨੇ ਧੱਕੇ ਕੀਤੇ ਆ, ਧੱਕੇ ਤਾਂ ਸਾਡੇ ਪੰਜਾਬੀਆਂ ਦੇ ਨਾਲ ਹੀ ਹੋ ਰਹੇ ਆ ਨਾ। ਧੱਕੇ ਤਾਂ ਸਾਡੇ ਜਿਹੜੇ ਅਸੀਂ ਗੁਰੂ ਨੂੰ ਮੰਨਣ ਵਾਲੇ ਆ ਉਹਨਾਂ ਨਾਲ ਹੋ ਰਹੇ ਆ ਨਾ। ਇਹਨਾਂ ਲੋਕਾਂ ਨੂੰ ਤਾਂ ਸਵਾਏ ਆਪਣੀਆਂ ਵੋਟਾਂ, ਚੰਦ ਵੋਟਾਂ ਦੀ ਖਾਤਰ, ਚੰਦ ਪੈਸਿਆਂ ਦੀ ਖਾਤਰ, ਚੰਦ ਧਨ ਕਮਾਉਣ ਦੀ ਖਾਤਰ, ਭਾਵੇਂ ਤਿੰਨੇ ਪਾਰਟੀਆਂ ਜਿਹੜੀਆਂ ਵਾ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਵਾ। ਔਰ ਮੈਂ ਸਮਝਦਾ ਵਾਂ ਕਿ ਆਉਣ ਵਾਲਾ ਸਮਾਂ ਬਹੁਤ ਮੰਦਭਾਗਾ ਹੋਊਗਾ ਪੰਜਾਬ ਵਾਸਤੇ। ਬਹੁਤ ਮਾੜੀ ਗੱਲ ਹੋਊਗੀ ਜੇ ਅਸੀਂ ਸਾਰਿਆਂ ਨੇ ਏਕਤਾ ਨਾ ਕੀਤੀ। ਅਤੇ ਆਉਣ ਵਾਲਾ ਸਮਾਂ ਜਿਹੜਾ ਵਾ ਮੈਂ ਸਮਝਦਾ ਵਾਂ ਇਤਿਹਾਸ ਸਾਨੂੰ ਲੋਕਾਂ ਨੂੰ ਵੀ ਮਾਫ ਨਹੀਂ ਕਰੂਗਾ ਜਿਹੜੇ ਅਸੀਂ ਕਹਿੰਦੇ ਹਾਂ ਕਿ ਅਸੀਂ ਇਕੱਠੇ ਹੋਈਏ, ਤੀਜਾ ਮੋਰਚਾ ਬਣਾਈਏ। ਜੇ ਅਸੀਂ ਇਸ ਕਦਮ ਨੂੰ ਵਧਾ ਲਈਏ ਤਾਂ ਮੈਂ ਸਮਝਦਾ ਵੀ ਲੋਕ ਵੀ ਕੁਛ, ਧਰਮ ਵੀ ਦੀ ਵੀ ਜਿਹੜੀ ਆ ਉਹ ਗੱਲ ਸੁਣੀ ਜਾਊਗੀ। ਧਾਰਮਿਕ ਤੌਰ 'ਤੇ ਵੀ ਅਸੀਂ ਤਕੜੇ ਹੋਵਾਂਗੇ ਔਰ ਰਾਜਨੀਤਿਕ ਤੌਰ 'ਤੇ ਵੀ ਤਕੜੇ ਹੋਵਾਂਗੇ। ਬ੍ਰਹਮਪੁਰਾ ਜਿਸ ਧਾਰਮਿਕ ਸਥਾਨ 'ਤੇ ਲੋਕ ਦਸਤਾਰਾਂ ਦੀ ਬਖਸ਼ਿਸ਼ ਮੰਗਦੇ ਨੇ, ਉੱਥੇ ਹੀ ਸਿੱਖ ਜਥੇਬੰਦੀਆਂ ਦੀਆਂ ਅਤੇ ਨਾਲ ਹੀ ਪੱਤਰਕਾਰਾਂ ਦੀਆਂ ਦਸਤਾਰਾਂ ਲਾਈ ਜਾਂਦੀਆਂ ਨੇ, ਕੁੱਟਮਾਰ ਕੀਤੀ ਜਾਂਦੀ ਆ। ਕਿਵੇਂ ਵੇਖਦੇ ਹੋ? ਮੈਂ ਸਮਝਦਾ ਵਾਂ ਕਿ ਪਹਿਲਾਂ ਬੇਨਤੀ ਕਰ ਚੁੱਕਾ ਕਿ ਇਸ ਵੇਲੇ ਧਾਰਮਿਕ ਤੌਰ 'ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ, ਰਾਜਨੀਤਿਕ ਤੌਰ 'ਤੇ ਵੀ ਹੋਇਆ ਵਾ, ਪਰ ਧਾਰਮਿਕ ਤੌਰ 'ਤੇ ਬਹੁਤ ਵੱਡਾ ਨੁਕਸਾਨ ਹੋਇਆ। ਇਹ ਸਾਰਾ ਕੁਝ ਮੈਂ ਸਮਝਦਾ ਕਿ ਉਦੋਂ ਤੋਂ ਹੀ ਹੋ ਰਿਹਾ ਜਦੋਂ ਤੋਂ ਹੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸਿਆਸਤ 'ਚ ਆ ਗਏ। ਫਿਰ ਉਹਨਾਂ ਨੇ ਇੱਕ ਕੰਪਨੀ ਵਾਂਗੂ ਜਿਸ ਤਰ੍ਹਾਂ ਇੱਕ ਬਿਜ਼ਨਸਮੈਨ ਕੰਮ ਕਰਦਾ, ਮੈਂ ਹੁਣ ਵੀ ਕਹਿੰਦਾ, ਅੱਜ ਵੀ ਕਹਿੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਬਿਜ਼ਨਸ ਕਰੇ ਤਾਂ ਸ਼ਾਇਦ ਉਹ ਮਹੀਨੇ ਦਾ ਅਰਬਾਂ ਰੁਪਏ ਕਮਾ ਸਕਦਾ ਅਤੇ ਕਮਾ ਲੇ, ਪਰ ਇਸ ਪੰਜਾਬ ਨੂੰ ਤਾਂ ਛੱਡ ਦੇ, ਇਸ ਧਰਮ ਨੂੰ ਤਾਂ ਛੱਡ ਦੇ। ਇਹਦਾ ਨੁਕਸਾਨ ਜਿਹੜਾ ਹੋ ਰਿਹਾ ਉਹਦੇ ਸਮੇਂ ਦੇ ਵਿੱਚ ਉਹਨੂੰ ਤੋਂ ਪੰਜਾਬ ਨੂੰ ਨਿਜਾਤ ਦੇ ਦੇ, ਉਹਦੇ ਵੱਸ ਦੀ ਗੱਲ ਨਹੀਂ ਗੀ ਕਿ ਇਹ ਸਾਰਾ ਕੰਮ ਉਹ ਚਲਾ ਲੇ, ਕਿਉਂਕਿ ਉਹਨਾਂ ਦੀ ਸੋਚ ਨਹੀਂ ਵਧੀਆ। ਜੇ ਸੋਚ ਚੰਗੀ ਹੁੰਦੀ, ਤੁਸੀਂ ਆਪ ਦੇਖੋ ਵੀ ਕਿੱਡਾ ਇਹ ਝੂਠ ਬੋਲ ਸਕਦੇ ਨੇ ਸਿਆਸੀ ਬੰਦੇ ਕਿ ਕੱਲ੍ਹ ਦੀ ਇੰਟਰਵਿਊ ਦੇ ਵਿੱਚ, ਪਰਸੋਂ ਦੀ ਇੰਟਰਵਿਊ ਦੇ ਵਿੱਚ 2 ਇੰਟਰਵਿਊ ਆਈਆਂ ਵਾ, ਜੀ 'ਤੇ ਵੀ ਆਈ ਆ ਅਤੇ ਦੂਜੇ ਚੈਨਲ 'ਤੇ ਵੀ 18 'ਤੇ ਵੀ ਆਈ ਆ। ਉੱਥੇ ਕਹਿ ਰਹੇ ਕਿ ਅਸੀਂ ਕਿਸਾਨਾਂ ਦੀ ਖਾਤਰ ਬੜੀ ਵੱਡੀ ਕੁਰਬਾਨੀ ਕੀਤੀ ਹੈ, ਅਸੀਂ ਕਿਸਾਨਾਂ ਵਾਸਤੇ, ਸਾਡੀ ਜਿਹੜੀ ਬੀਬੀ ਆ ਉਹ ਪੰਜਾਬ ਦੀ ਧੀ ਆ ਜਿਹਨੇ ਅਸਤੀਫਾ ਦੇ ਦਿੱਤਾ। ਅਤੇ ਜਿੱਦਣ ਇਹ ਕਾਨੂੰਨ ਬਣ ਜਾ ਰਿਹਾ ਸੀ, ਆਰਡੀਨੈਂਸ ਆ ਰਿਹਾ ਸੀ, ਕੈਬਨਿਟ 'ਚ ਆਏ ਸੀ, ਉਦੋਂ ਤਾਂ ਪੰਜਾਬ ਦੀ ਧੀ ਉੱਥੇ ਹੀ ਬੈਠੀ ਸੀ। ਉਦੋਂ ਕਿਉਂ ਨਾ ਇਹਨਾਂ ਨੇ ਉਹਨੂੰ ਉਸ ਜਿਹੜਾ ਆਇਆ ਸੀ ਉੱਥੇ ਬਿੱਲ ਜਾਂ ਉਹਦੇ ਵਿੱਚ ਆਰਡੀਨੈਂਸ ਬਣਨਾ ਸੀ, ਉਹਦੇ ਵਾਸਤੇ ਇਹਨਾਂ ਨੇ ਉੱਥੇ ਆਵਾਜ਼ ਉਠਾਈ। ਮੈਂ ਸਮਝਦਾ ਵਾਂ ਇਹਨਾਂ ਨੇ ਜਦੋਂ ਦਬਾਅ ਪਿਆ ਵਾ ਲੋਕਾਂ ਦਾ, ਕਿਸਾਨਾਂ ਦਾ, ਪੰਜਾਬ ਦਾ, ਸਾਰੀਆਂ ਪਾਰਟੀਆਂ ਨੇ ਜਦੋਂ ਕਿਸਾਨਾਂ ਨੂੰ ਸਮਰਥਨ ਦੇ ਦਿੱਤਾ ਔਰ ਇਹ ਵੀ ਕਹਿ ਦਿੱਤਾ ਕਿ ਅਸੀਂ ਆਪਣਾ ਝੰਡਾ ਪਿੱਛੇ ਰੱਖ ਕੇ ਵੀ ਸਾਰੇ ਹੀ ਕਿਸਾਨ ਮਜ਼ਦੂਰ ਸੰਗਠਨ ਨੂੰ ਜਿਹੜਾ ਵਾ ਸਮਰਥਨ ਦਿੰਦੇ ਹਾਂ, ਉਦੋਂ ਇਹਨਾਂ ਨੇ ਬੀਬੀ ਨੇ ਅਸਤੀਫਾ ਵੀ ਦੇ ਦਿੱਤਾ। ਸੁਖਬੀਰ ਜੀ ਨੇ ਪਾਰਲੀਮੈਂਟ ਦੇ ਵਿੱਚੋਂ ਬਿਆਨ ਵੀ ਦੇ ਦਿੱਤਾ ਕਿ ਸਾਨੂੰ ਪੁੱਛਿਆ ਤੱਕ ਨਹੀਂ, ਸਾਨੂੰ ਦੱਸਿਆ ਤੱਕ ਨਹੀਂ। ਜੇ ਤੁਹਾਨੂੰ ਭਾਈ ਉਹ ਪੁੱਛਦੇ ਹੀ ਨਹੀਂ ਗਏ ਤਾਂ ਉੱਥੇ ਬੈਠੇ ਕੀ ਕਰਦੇ ਸੀ? ਇਹਨਾਂ ਨੇ ਤੇ ਬੀਬੀ ਨੇ ਅਸਤੀਫਾ ਦੇਣ ਤੋਂ ਬਾਅਦ ਵੀ, ਸ਼ਾਇਦ ਤੁਹਾਨੂੰ ਚੰਗੀ ਤਰ੍ਹਾਂ ਚੇਤਾ ਹੋਊਗਾ, ਤੁਹਾਡੇ ਕੋਲ ਬਾਈਟਸ ਹੋਣਗੀਆਂ, ਸਾਡੇ ਕੋਲ ਵੀ ਹੈਗੀਆਂ, ਬੀਬੀ ਤੇ ਬਾਅਦ 'ਚ ਵੀ ਕਹਿੰਦੀ ਰਹੀ ਆ ਕਿ ਆਰਡੀਨੈਂਸ ਬਹੁਤ ਚੰਗਾ, ਅਸਤੀਫਾ ਦੇਣ ਤੋਂ ਬਾਅਦ ਵੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਕੋਲੋਂ ਵੀ ਇਹਨਾਂ ਨੇ ਡਿਬੇਟ ਦੇ ਵਿੱਚ, TV ਦੇ ਵਿੱਚ ਘਵਾਤਾ, ਇੱਕ ਉਹਨਾਂ ਨੇ ਆਪਣੀ ਬਾਈਟ ਦੇ ਦਿੱਤੀ ਕਿ ਇਹ ਆਰਡੀਨੈਂਸ, ਇਹ ਬਿੱਲ ਕਿਸਾਨਾਂ ਵਾਸਤੇ ਬਹੁਤ ਚੰਗਾ ਵਾ। ਅਤੇ ਹੁਣ ਮੰਦਾ ਹੋ ਗਿਆ, ਇਹ ਸਿਰਫ ਇਹ ਆਪਣੀਆਂ ਵੋਟਾਂ ਲੱਭਦੇ ਫਿਰਦੇ ਆ। ਇਹਨਾਂ ਨੂੰ ਕਿਸਾਨੀ ਨਾਲ, ਇਹਨਾਂ ਨੂੰ ਧਰਮ ਨਾਲ, ਇਹਨਾਂ ਨੂੰ ਪੰਜਾਬ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ, ਇਹਨਾਂ ਨੂੰ ਸਿਰਫ ਵੋਟਾਂ ਦੇ ਨਾਲ ਪਿਆਰ ਹੈ। ਅਕਾਲੀ ਦਲ ਨੇ ਇੱਕ ਰੋਸ ਰੈਲੀ ਕੱਢੀ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ, ਉਹਦੇ ਵਿੱਚ ਜਿੰਨੇ ਵੀ ਝੰਡੇ ਲਾਏ ਸੀ ਸਾਰੇ ਅਕਾਲੀ ਦਲ ਦੇ ਲਾਏ ਸੀ। ਕੀ ਉਹ ਰੋਸ ਰੈਲੀ ਸੀ ਕਿ ਚੋਣ ਰੈਲੀ ਸੀ? ਉਹ ਦੇਖੋ, ਬਾਦਲ ਅਕਾਲੀ ਦਲ ਆਪਣੀ ਹੋਂਦ ਨੂੰ ਬਚਾਉਣ ਦੀ ਖਾਤਰ ਉਹ ਜਿਹੜਾ ਉਧਰ ਮਾਰਚ ਕੱਢਿਆ ਅਕਾਲ ਤਖਤ ਸਾਹਿਬ ਤੋਂ ਜਾਂ 3 ਤਖਤਾਂ ਤੋਂ, ਇਹਨਾਂ ਨੇ ਜੋ ਵੀ ਪ੍ਰੋਗਰਾਮ ਬਣਾਇਆ ਸੀ ਸਿਰਫ ਆਪਣੀ ਹੋਂਦ ਨੂੰ ਬਚਾਉਣ ਦੀ ਖਾਤਰ। ਜਿਹੜਾ ਕਹਿੰਦੇ ਸੀ ਅਸੀਂ ਗਵਰਨਰ ਨੂੰ ਜਾ ਕੇ ਦੇਣਾ ਵਾ ਮੈਮੋਰੰਡਮ, ਮੰਗ ਪੱਤਰ, ਇਹ ਮੇਰਾ ਖਿਆਲ ਅੱਜ ਤੱਕ ਨਹੀਂ ਹੋਇਆ ਵੀ ਜੇ ਅਕਾਲ ਤਖਤ ਸਾਹਿਬ ਤੋਂ ਜਦੋਂ ਕੋਈ ਬੰਦਾ ਅਰਦਾਸ ਬੇਨਤੀਆਂ ਕਰਕੇ ਤੁਰਦਾ ਨਾ ਅਤੇ ਫਿਰ ਮੰਜ਼ਿਲ 'ਤੇ ਪਹੁੰਚਦੇ ਆ, ਭਾਵੇਂ ਸਿਰ ਲੱਥ ਜਾਣ। ਇਹ ਪੁਰਾਣਾ ਇਤਿਹਾਸ ਵੇਖ ਲਓ, ਜਦ ਅਕਾਲ ਤਖਤ ਸਾਹਿਬ ਤੋਂ ਨਾ ਤੁਰਦੇ, 3 ਅਕਾਲ ਤਖਤ ਤੋਂ ਤੁਰੇ ਸੀ ਅਤੇ ਮੁਹਾਲੀ ਨਹੀਂ ਟੱਪਣ ਦਿੱਤੀ, ਮੁੱਲਾਂਪੁਰ ਨਹੀਂ ਟੱਪਣ ਦਿੱਤਾ,
ਜੀਰਕਪੁਰ ਨਹੀਂ ਟੱਪਣ ਦਿੱਤਾ, ਤੇ ਜਿਹੜਾ ਉਹ ਮੈਮੋਰੰਡਮ ਸੀ ਉਹ ਹਜੇ ਵੀ ਥਾਣੇ ਦੇ ਵਿੱਚ ਕਿਸੇ ਮੁਨਸ਼ੀ ਦੇ ਕੋਲ ਪਿਆ ਵਾ, ਗਵਰਨਰ ਕੋਲ ਗਿਆ ਹੀ ਨਹੀਂ। ਅਕਾਲ ਤਖਤ ਸਾਹਿਬ ਤੋਂ ਜਦੋਂ ਅਰਦਾਸ ਬੇਨਤੀ ਕਰਕੇ ਕੋਈ ਸਿੰਘ ਤੁਰ ਪੈਂਦਾ ਨਾ, ਫਿਰ ਸੀਸ ਜਾਵੇ ਤੇ ਜਾਵੇ। ਫਿਰ ਇਸ ਤਰ੍ਹਾਂ ਨਹੀਂ ਹੁੰਦਾ ਵੀ ਫਿਰ ਰਾਹ ਦੇ ਵਿੱਚ ਰੋਕ ਲਿਆ ਤੇ ਉੱਥੇ ਹੀ ਧਰਨਾ ਮਾਰ ਕੇ ਬਹਿ ਗਏ। ਫਿਰ ਕਹਿੰਦੇ ਨਹੀਂ, ਅਕਾਲ ਤਖਤ ਸਾਹਿਬ ਤੋਂ ਤੁਰੇ ਹਾਂ, ਜਾਵਾਂਗੇ ਗਵਰਨਰ ਦੇ, ਭਾਵੇਂ ਮਰ ਜਾਈਏ ਤੇ ਭਾਵੇਂ ਜੀਏ। ਸ਼੍ਰੋਮਣੀ ਦਲ ਅਕਾਲੀ ਟਕਸਾਲੀ ਜਿਹੜੇ ਨੇ ਕਿਸਾਨਾਂ ਦਾ ਕਿੱਥੋਂ ਤੱਕ ਸਾਥ ਦੇਣਗੇ? ਅਸੀਂ ਜਿੰਨਾ ਚਿਰ ਤੱਕ ਬਿੱਲ ਜਿਹੜੇ ਨੇ ਉਹ ਵਾਪਸ ਨਹੀਂ ਹੁੰਦੇ, ਜਾਂ ਜੋ ਕਿਸਾਨਾਂ ਦਾ ਮੰਗ ਆ ਕਿ ਇਹਨਾਂ ਦੇ ਵਿੱਚ ਤਰਮੀਮ ਕੀਤੀ ਜਾਵੇ, ਉਹਨਾਂ ਚਿਰ ਤੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਹਨਾਂ ਕਿਸਾਨਾਂ ਦਾ, ਮਜ਼ਦੂਰਾਂ ਦਾ, ਸਾਰਿਆਂ ਦਾ ਸਾਥ ਦਿੰਦਾ ਰਹੂਗਾ। ਸਾਡੇ ਸਾਰੇ ਹੀ ਵਰਕਰ ਸਾਹਿਬਾਨ ਦਿਨ ਰਾਤ ਪਿੰਡਾਂ ਦੇ ਸਾਡੇ ਵਰਕਰ ਜਿਹੜੇ ਨੇ ਹਰ ਥਾਂ 'ਤੇ ਜਿਹੜੇ ਨੇ ਸਪੋਰਟ ਕਰ ਰਹੇ ਨੇ, ਔਰ ਉਹਨਾਂ ਦੇ ਨਾਲ ਬਹਿ ਕੇ ਜਿੱਥੇ ਜਿੱਥੇ ਡਿਊਟੀ ਲੱਗਦੀ ਆ ਉਹ ਜਾਂਦੇ ਨੇ। 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕੀ ਰਹੇਗੀ ਪ੍ਰਕਿਰਿਆ ਰਹੇਗੀ ਤੁਹਾਡੀ? ਮੈਂ ਸਮਝਦਾ ਕਿ ਸਾਨੂੰ 2022 ਬਾਰੇ ਸੋਚਣਾ ਨਹੀਂ ਚਾਹੀਦਾ। ਸਾਡੀ ਅੱਜ ਸੋਚ ਕੀ ਆ? ਸਾਡੀ ਇਹ ਸੋਚ ਹੋਣੀ ਚਾਹੀਦੀ ਆ ਕਿ ਸਭ ਤੋਂ ਪਹਿਲਾਂ ਸਾਨੂੰ ਧਰਮ ਆ, ਧਾਰਮਿਕ ਤੌਰ 'ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਪਹਿਲਾਂ ਤਾਂ ਸਾਨੂੰ ਇਹਨੂੰ ਬਚਾਉਣਾ ਪਊਗਾ। ਇਹ ਜਿਹੜੇ ਬੈਠੇ ਨੇ ਇੱਥੇ ਮਸੰਦ, ਪਹਿਲਾਂ ਤਾਂ ਇਹਨਾਂ ਨੂੰ ਇੱਥੋਂ ਕੱਢਣਾ ਪਊਗਾ। ਦੂਜੀ ਗੱਲ, ਕਿਸੇ ਵੀ ਸਿਆਸੀ ਪਾਰਟੀ ਦਾ ਇਸ ਵੇਲੇ ਮੈਂ ਕਹਿ ਸਕਦਾ ਕੋਈ ਵਜੂਦ ਨਹੀਂ ਗਾ, ਜਿੰਨਾ ਚਿਰ ਤੱਕ ਆ ਜਿਹੜੇ 3 ਬਿੱਲ ਨੇ ਇਹਨਾਂ ਦੇ ਬਾਰੇ ਕੋਈ ਨਾ ਕੋਈ ਰਣਨੀਤੀ ਸੈਂਟਰ ਜਾਂ ਪੰਜਾਬ ਜਾਂ ਸਾਰੇ ਅਸੀਂ ਰਲ ਕੇ ਇਕੱਠੇ ਕੋਈ ਅਸੀਂ ਹੱਲ ਨਹੀਂ ਕਰ ਲੈਂਦੇ, ਉਹਨਾਂ ਚਿਰ ਮੈਂ ਸਮਝਦਾ ਵੀ ਕਿ ਰਾਜਨੀਤੀ ਵਾਲੇ ਬੰਨੇ ਸਾਨੂੰ ਸੋਚਣਾ ਨਹੀਂ ਚਾਹੀਦਾ। ਬ੍ਰਹਮਪੁਰਾ ਸਾਹਿਬ, ਗੱਲ ਕਰੀਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ, ਉਹ ਕਹਿੰਦੇ ਆ ਕਿ ਜਿਹੜੀ MSP ਆ ਕਿਸਾਨਾਂ ਨੂੰ ਪੰਜਾਬ ਸਰਕਾਰ ਦੇਵੇ, ਪਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਪੰਜਾਬ ਸਰਕਾਰ ਅੱਗੇ ਬੜੀ ਕਰਜ਼ਾਈ ਆ। ਦੇਖੋ, ਮੰਗ ਤੇ ਭਗਵੰਤ ਮਾਨ ਜੀ ਦੀ ਜਾਇਜ਼ ਆ, ਕਿਉਂਕਿ ਜੇ ਕਿਸਾਨੀ ਨੂੰ ਬਚਾਉਣਾ ਵਾ ਤੇ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਆਵਾਜ਼ ਤਾਂ ਬੁਲੰਦ ਕਰਨੀ ਪਊਗੀ। ਪਰ ਜਿੱਥੋਂ ਤੱਕ ਪੰਜਾਬ ਦੀਆਂ ਫਸਲਾਂ ਚੁੱਕਣ ਦੀ ਗੱਲ ਕਰਦੇ ਆ, ਹੁਣ ਵੀ 65% ਜਿਹੜੀ ਆ ਖਰੀਦ ਉਹ FCI ਕਰਦੀ ਆ, ਸੈਂਟਰ ਦੀਆਂ ਏਜੰਸੀਆਂ ਕਰਦੀਆਂ ਵਾ, ਤੇ 35% ਵੇਅਰ ਹਾਊਸ, ਮਾਰਕਫੈਡ, ਪਨਸੀਡ, ਇਹ ਜਿਹੜੀਆਂ ਇਹ ਪਨਸਪ ਵਾਲੇ ਕਰਦੇ ਨੇ। ਤੇ ਜਿੱਥੋਂ ਤੱਕ ਸੈਂਟਰ ਗੌਰਮੈਂਟ ਦੀ MSP ਦੀ ਗੱਲ ਕਰਦੇ ਆ, ਉਹਨਾਂ ਨੇ ਤੇ ਬੰਨ੍ਹਤੀ ਤੇ ਖਰੀਦ ਹੋ ਜਾਂਦੀ ਆ, ਤੇ ਹੁਣ ਤੱਕ ਤੇ ਕੰਮ ਚੱਲੀ ਗਿਆ ਵਧੀਆ। ਜਿੱਥੋਂ ਤੱਕ ਆਉਣ ਵਾਲੇ ਸਮੇਂ ਦੀ ਇਹ ਗੱਲ ਆ ਕਿ ਭਗਵੰਤ ਮਾਨ ਜੀ ਨੇ ਜਿਹੜੀ ਗੱਲ ਕੀਤੀ ਆ ਕਿ ਪੰਜਾਬ ਸਰਕਾਰ MSP ਦੇਵੇ, ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਆ। ਮੈਂ ਤਾਂ ਇਹ ਕਹਿ ਸਕਦਾ ਕਿ ਨਾ ਪਹਿਲਾਂ ਬਾਦਲਾਂ ਨੇ ਕੋਈ ਛੱਡਿਆ ਤੇ ਨਾ ਕਾਂਗਰਸ ਨੇ ਛੱਡਿਆ। ਖਜ਼ਾਨਾ ਬਿਲਕੁਲ ਖਾਲੀ, ਤੇ ਪੈਸੇ ਕਿੱਥੋਂ ਦੇਣੇ ਆ ਖਰੀਦ ਕਰਨ ਵਾਸਤੇ? ਜਦੋਂ ਵੀ ਕੋਈ ਖਰੀਦ ਆਉਂਦੀ ਆ, ਝੋਨਾ ਹੋਵੇ ਤੇ ਕਣਕ ਹੋਵੇ, ਇਹ 2 ਜ਼ਿਆਦੀਆਂ ਮੁੱਖ ਫਸਲਾਂ ਵਾ ਪੰਜਾਬ ਦੇ ਵਿੱਚ, ਤੇ ਪੰਜਾਬ ਸਰਕਾਰ ਪਹਿਲਾਂ ਐਡਵਾਂਸ ਮੰਗਦੀ ਆ 32,000 ਕਰੋੜ ਦਾ, 30,000 ਕਰੋੜ ਦਾ, ਜਿੱਦਾਂ ਉਹ ਬਾਦਲਾਂ ਨੇ ਮੰਗਵਾਇਆ ਸੀ, ਤੇ 30,000 ਕਰੋੜ ਨੂੰ ਮੁੜ ਕੇ ਕਰਜ਼ੇ 'ਚ ਪਾਤਾ ਸੀ। ਤੇ ਸਾਡਾ ਤਾਂ ਧਿਆਨ ਹੀ ਸੈਂਟਰਲ ਰਹਿੰਦਾ। ਇਹ 'ਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਸਟੇਟ ਹੁੰਦੀ ਆ ਉਹ ਪੁੱਤ ਹੁੰਦਾ, ਤੇ ਜਿਹੜਾ ਸੈਂਟਰ ਆ ਉਹ ਪਿਓ ਆ। ਪਰ ਮੈਂ ਸਮਝਦਾ ਕਿ ਇਹ ਸੁਣਿਆ ਸੀ ਕਿ ਜਿਹੜੇ ਪੋਤੇ ਆ ਉਹ ਕਪੁੱਤ ਹੋ ਜਾਂਦੇ ਆ, ਤੇ ਜਿਹੜਾ ਪਿਓ ਆ ਉਹ ਠੀਕ ਰਹਿੰਦਾ। ਪਰ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਵਾ ਉਹ ਪਿਓ ਜਿਹੜਾ ਵਾ ਉਹ ਆਪਣੀ ਡਿਊਟੀ ਨਹੀਂ ਨਿਭਾ ਰਿਹਾ। ਸਟੇਟਾਂ ਤੇ ਜਿੰਨੇ ਜੋਗੀਆਂ ਹੈਗੀਆਂ ਵਾ ਉਹ ਆਪਣੀ ਮਿਹਨਤ ਕਰਕੇ ਆਪਣੇ ਕਿਸਾਨਾਂ ਨੂੰ, ਆਪਣੇ ਪੰਜਾਬ ਨੂੰ ਜਾਂ ਆਪਣੀ ਸਟੇਟ ਨੂੰ ਜਿੰਦਾ ਰੱਖਣਾ ਚਾਹੁੰਦੀਆਂ ਨੇ। ਪਰ ਮੈਂ ਸਮਝਦਾ ਕਿ ਇਹ ਜਿਹੜਾ ਪਿਓ ਆ ਜਾਂ ਸੈਂਟਰ ਆ, ਇਹਨੂੰ ਇਨਸਾਫ ਕਰਨਾ ਚਾਹੀਦਾ। ਔਰ ਜੇ ਇਨਸਾਫ ਨਾ ਕੀਤਾ, ਜੇ ਕਿਸਾਨੀ ਨੂੰ ਨਾ ਬਚਾਇਆ, ਅੱਜ ਦੀ ਗੱਲ ਯਾਦ ਰੱਖ ਲਿਓ, ਦੁਬਾਰਾ ਫਿਰ ਪੰਜਾਬ ਦੇ ਉਹ ਹਾਲਾਤ ਹੋ ਜਾਣਗੇ ਜਿਹੜੇ 1982 ਤੋਂ ਲੈ ਕੇ ਤੇ 1992 ਤੱਕ ਹੋਏ ਸੀ। ਬ੍ਰਹਮਪੁਰਾ ਸਾਹਿਬ, ਇੱਕ ਵੱਡਾ ਸਵਾਲ ਹੋਰ ਖੜਾ ਹੁੰਦਾ ਹੈ ਕਿ ਧਾਰਮਿਕ ਇਸ਼ੂ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਦੇ ਵਿੱਚ ਵਿਵਾਦ ਖੜੇ ਹੋ ਰਹੇ। ਪਿਛਲੇ ਦਿਨੀ ਕਾਂਗਰਸ ਦੇ ਇੱਕ ਮੰਤਰੀ ਵੱਲੋਂ, ਸਾਧੂ ਸਿੰਘ ਧਰਮਸੋਤ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੁਰੂ ਨਾਨਕ ਸਾਹਿਬ ਦੇ ਨਾਲ ਤੁਲਨਾ ਕੀਤੀ ਗਈ ਹੈ। ਕਿਵੇਂ ਵੇਖਦੇ ਹੋ? ਦੇਖੋ, ਜਿੱਥੋਂ ਤੱਕ ਮੈਂ ਸਮਝਦਾ ਕਿ ਜਿਹੜਾ ਇਹ ਸਾਧੂ ਸਿੰਘ ਧਰਮਸੋਤ ਆ, ਇਹ ਕੋਈ ਸੋਚ ਵਿਚਾਰ ਕੇ ਗੱਲ ਨਹੀਂ ਕਰਦਾ। ਇਹ ਜਦੋਂ ਦਾ ਮੰਤਰੀ ਬਣਿਆ ਵਾ ਉਦੋਂ ਦਾ ਹੀ ਇਹ ਵਿਵਾਦਾਂ 'ਚ ਹੀ ਰਿਹਾ ਵਾ, ਭਾਵੇਂ ਉਹ ਇੱਕ ਬੋਰਡ ਦੇ ਉੱਤੇ ਜਾਂ ਇੱਕ
ਪੱਥਰ ਦੇ ਉੱਤੇ ਨਾਂ ਦੀ ਗੱਲ ਆ ਜੇ, ਭਾਵੇਂ ਆ ਜੰਗਲ ਦੇ ਵਿੱਚ ਜਿਹੜੇ ਹੁਣ ਥਾਂ ਲਈ ਆ ਤੇ ਕਿੰਨੀ ਮਹਿੰਗੇ ਭਾਅ ਦੀ ਲਈ ਆ ਉਹਦੀ ਗੱਲ ਆ ਜੇ, ਭਾਵੇਂ ਵਜ਼ੀਫੇ ਦੀ ਗੱਲ ਆ ਜੇ, ਤੇ ਭਾਵੇਂ ਹੁਣ ਆ ਜੇ, ਇਹ ਬੰਦਾ ਰਿਹਾ ਵਿਵਾਦਾਂ 'ਚ। ਇਹ ਸਿਆਸੀ ਬੰਦਾ ਹੋਵੇ ਜਿਹਨੇ ਸਟੇਜ 'ਤੇ ਜਾਣਾ, ਜਿਹਦੇ ਉੱਤੇ ਸਟੇਟ ਦੀ ਜ਼ਿੰਮੇਵਾਰੀ ਹੋਵੇ ਨਾ, ਉਹਨੂੰ ਇੱਕ ਇੱਕ ਲਫ਼ਜ਼ ਜਿਹੜਾ ਵਾ ਉਹ ਤੋਲ ਕੇ ਬੋਲਣਾ ਚਾਹੀਦਾ, ਐ ਸਮਝ ਕੇ ਵੀ ਜਿਹੜਾ ਮੇਰੇ ਮੂੰਹ 'ਚੋਂ ਲਫ਼ਜ਼ ਨਿਕਲ ਰਿਹਾ ਵਾ ਇਹ ਦੁਨੀਆ ਭਰ ਦੇ ਲੋਕ ਸੁਣ ਰਹੇ ਨੇ। ਜਿਹੜੀ ਇਹਨਾਂ ਨੇ ਕੈਪਟਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹਦੇ ਤਾਰੀਫ ਦੇ ਪੁੱਲ ਬੰਨ੍ਹਣੇ ਸੀ, ਜੀ ਸਦਕੇ ਬੰਨਣ। ਜੇ ਉਹ ਕੋਈ ਕੰਮ ਕਰਦਾ ਵਾ ਉਹਦੀ ਤਾਰੀਫ ਹੈ, ਉਹਨਾਂ ਦਾ ਲੀਡਰ ਆ, ਬੰਨਣ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਤੁਲਨਾ ਕਰਨਾ, ਮੈਂ ਸਮਝਦਾ ਕਿ ਇਹ ਬਿਆਨ ਬੇਹੱਦ ਬਚਕਾਨਾ ਬੇਵਕੂਫਾਨਾ ਵਾ। ਜੇ ਅਸੀਂ ਕਿਸੇ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹਨੇ ਆਹ ਕੀਤਾ ਸੀ ਤੇ ਤੁਸੀਂ ਵੀ ਆਹ ਕੀਤਾ, ਬਹੁਤ ਚੰਗਾ ਕੀਤਾ, ਤੇ ਅਸੀਂ ਬਹੁਤ ਲੋਕ ਨੇ ਸਮਾਜ ਸੇਵਕ, ਮਦਰ ਟਰੇਸਾ ਨੇ ਕਿੱਡਾ ਵੱਡਾ ਕੰਮ ਕੀਤਾ ਵਾ, ਉਹਦੀ ਉਦਾਹਰਨ ਦੇ ਸਕਦੇ ਆ। ਹੋਰ ਕਿੰਨੇ ਲੋਕ ਨੇ ਸਮਾਜ ਦੇ ਵਿੱਚ ਚੰਗਾ ਚੰਗਾ ਕੰਮ ਕਰਦੇ, ਉਹਦੀਆਂ ਉਦਾਹਰਨਾਂ ਦੇ ਸਕਦੇ ਸੀ। ਪਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬੰਦਿਆਂ ਨੂੰ ਇਹ ਅਕਲ ਦੀ ਘਾਟ ਆ, ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਕੈਪਟਨ ਸਾਹਿਬ ਨੂੰ ਵੀ ਥੋੜ੍ਹੀ ਜਿਹੀ ਉੱਚੀ ਸੁੱਚੀ ਸੋਚ ਬਣਾਉਣੀ ਚਾਹੀਦੀ। ਇਹੋ ਜਿਹੇ ਬੰਦੇ ਜਿਹੜੇ ਵਿਵਾਦਾਂ 'ਚ ਰਹਿੰਦੇ, ਇਹਨਾਂ ਨੂੰ ਕੱਢ ਕੇ ਬਾਹਰ ਮਾਰਨਾ ਚਾਹੀਦਾ। ਹੋਰ ਕੋਈ ਚੰਗੇ ਬੰਦੇ ਨੇ, ਕਿੰਨੇ MLA ਨੇ, ਉਹਨਾਂ ਕੋਲ ਚੰਗੇ ਚੰਗੇ ਸੂਝਵਾਨ, ਉਹਨਾਂ ਨੂੰ ਚੁੱਕ ਕੇ ਇਹਨੂੰ ਮੰਤਰੀ ਬਣਾ ਦੇਣ। ਪਰ ਵਿਵਾਦਾਂ 'ਚ ਰਹਿਣ ਵਾਲੇ ਬੰਦੇ ਨੂੰ ਤੇ ਮੈਂ ਸਮਝਦਾ ਕਿ ਕਦੀ ਮਾਫ ਨਹੀਂ ਕਰਨਾ ਚਾਹੀਦਾ। ਕੈਪਟਨ ਸਾਹਿਬ ਕਹਿ ਰਹੇ ਸੀ ਕਿ ਅਸੀਂ ਜਿਹੜੇ ਆਰਡੀਨੈਂਸ ਬਿੱਲ ਆ ਰੱਦ ਕਰਵਾਵਾਂਗੇ। ਪਿਛਲੇ ਦਿਨੀ ਰਾਜਪਾਲ ਦੇ ਕੋਲ ਵੀ ਗਏ ਸੀ, ਪਰ ਰਾਜਪਾਲ ਪਹਿਲਾਂ ਤੇ BJP ਦੇ ਹੱਕ 'ਚ ਫੈਸਲਾ ਸੁਣਾ ਦਿੱਤਾ, ਤੇ ਆਪਣੀ ਸਰਕਾਰ ਦੇ ਖਿਲਾਫ ਕਿਵੇਂ ਉਹ ਦੁਬਾਰਾ ਫੈਸਲਾ ਰੱਦ ਕਰਨਗੇ? ਮੈਂ ਸਮਝਦਾ ਵਾਂ ਕਿ ਇਹ ਜਿਹੜੇ ਆਰਡੀਨੈਂਸ ਸਾਡੇ ਵਿਧਾਨ ਸਭਾ 'ਚ ਪਾਸ ਹੋਏ ਪੰਜਾਬ ਦੀ 'ਚ, ਇੱਕ ਸਿਰਫ ਤੇ ਸਿਰਫ ਜਿਹੜੀ ਕਿਸਾਨੀ ਤੇ ਮਜ਼ਦੂਰ ਧਰਨੇ ਮਾਰ ਕੇ ਬੈਠੇ ਉਹਨਾਂ ਨੂੰ ਇੱਕ ਨਸ਼ੇ ਦੀ ਆ, ਹੋਰ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੋ ਸਕਦਾ। ਕਿਉਂਕਿ ਇਹ ਪਹਿਲਾਂ ਤੇ ਜਾਂਦੇ ਗਵਰਨਰ ਸਾਹਿਬ ਉਹਦੇ ਸਾਈਨ ਕਰ ਦੇਣ, ਫਿਰ ਤੇ ਉਹ ਆਪਣਾ ਕੰਮ ਬਣ ਸਕਦਾ। ਪਰ ਮੈਂ ਨਹੀਂ ਸਮਝਦਾ ਕਿ ਗਵਰਨਰ ਦੇ ਵਿੱਚ ਇੰਨੀ ਹਿੰਮਤ ਹੈਗੀ ਆ ਕਿ ਉਹ ਮੋਦੀ ਤੇ ਜਾਂ ਅਮਿਤ ਸ਼ਾਹ ਦੀ ਗੱਲ ਨੂੰ ਮੋੜ ਦੇ ਜਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਾਵੇ। ਵੱਧ ਤੋਂ ਵੱਧ ਕੀ ਕਰੂਗਾ, ਰਾਸ਼ਟਰਪਤੀ ਨੂੰ ਭੇਜ ਦੂਗਾ। ਤਾਂ ਰਾਸ਼ਟਰਪਤੀ ਦੇ, ਜਿਹੜਾ ਰਾਸ਼ਟਰਪਤੀ ਐਤਵਾਰ ਨੂੰ ਸਾਈਨ ਕਰ ਸਕਦਾ, ਜਿਹੜੀ ਰਾਜ ਸਭਾ ਦੇ ਵਿੱਚ ਬਿਨਾਂ ਬਹੁਮਤ ਤੋਂ ਇਹ ਪਾਸ ਕਰਾ ਸਕਦੇ ਨੇ, ਤਾਂ ਮੈਂ ਸਮਝਦਾ ਵਾਂ ਕਿ ਇਹਨਾਂ ਦੀ ਸੋਚ ਮਾੜੀ ਆ, ਗੰਦੀ ਸੋਚ ਆ ਭਾਰਤੀ ਜਨਤਾ ਪਾਰਟੀ ਦੀ। ਇਹਨਾਂ ਨੇ ਇੱਕੋ ਹੀ ਸੋਚ ਬਣਾ ਲਈ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇੱਕੋ ਇੱਕ ਸਟੇਟ ਆ ਜਿਹੜੀ ਖਾਂਦੀ ਪੀਂਦੀ ਸਟੇਟ ਆ, ਜਾਂ ਜਿਹੜੀ ਮਾੜਾ ਮੁੱਛ ਨੂੰ ਤਾ ਦੇ ਕੇ ਤੇ ਗਾੜੀ ਖਲੋਂਦੀ ਆ, ਤੇ ਇਹਨੂੰ ਖਤਮ ਕਰੀਏ। ਇਹ ਤੋਂ ਵੱਧ ਇਹਨਾਂ ਦੀ ਕੋਈ ਸੋਚ ਨਹੀਂ। ਮੈਂ ਸਮਝਦਾ ਕਿ ਜੇ ਇਹ ਗੱਲ ਇਹਨਾਂ ਦੀ ਸੋਚ ਆ ਗਈ ਤੇ ਬਹੁਤ ਪੰਜਾਬ ਦਾ ਨੁਕਸਾਨ ਹੋਊਗਾ, ਪਰ ਭਾਰਤੀ ਜਨਤਾ ਪਾਰਟੀ ਦਾ ਵੀ ਸਾਰੇ ਹਿੰਦੁਸਤਾਨ 'ਚ ਥੋਪੜਾ ਸਾਫ਼ ਹੋ ਜਾਊਗਾ, ਵੇਖ ਲਿਓ। ਸੋ ਧੰਨਵਾਦ। ਸੋ ਇਹ ਸਨ ਰਵਿੰਦਰ ਸਿੰਘ ਬ੍ਰਹਮਪੁਰਾ, ਜਿਨ੍ਹਾਂ ਦੇ ਨਾਲ ਅਸੀਂ ਸਿਆਸੀ ਅਤੇ ਧਾਰਮਿਕ ਮੁੱਦਿਆਂ 'ਤੇ ਵਿਸ਼ੇਸ਼ ਗੱਲਬਾਤ ਕੀਤੀ, ਜਿਨ੍ਹਾਂ ਨੇ ਪਿਛਲੇ ਦਿਨੀ ਹੋਏ ਦਰਬਾਰ ਸਾਹਿਬ ਦੇ ਅੰਦਰ ਸਿੱਖ ਜਥੇਬੰਦੀਆਂ ਅਤੇ SCPC ਦੀ ਟਾਸਕ ਫੋਰਸ ਦੇ ਵਿਚਕਾਰ ਹੋਏ ਤਕਰਾਰ ਦੀ ਸਖਤ ਨਿੰਦਿਆ ਕੀਤੀ ਹੈ। ਅੰਮ੍ਰਿਤਸਰ ਤੋਂ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ।